ਗੁੱਡ ਮਾਰਨਿੰਗ ਸਟੂਡੈਂਟਸ, ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਦਾ ਲੈਸਨ ਨੰਬਰ 3 ਕਰਾਂਗੇ। ਇਸ ਲੈਸਨ ਦਾ ਨਾਮ ਹੈ ਬੇਬੇ ਜੀ। ਇਸ ਦੇ ਲੇਖਕ ਹਨ ਡਾਕਟਰ ਹਰਪਾਲ ਸਿੰਘ ਪੰਨੂ। ਆਓ ਪਾਠ ਪੜ੍ਹਨ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਕੁਝ ਜਾਣ ਲਈਏ। ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਨੂੰ ਪਿਤਾ ਰਣ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਹੈੱਡ ਅਤੇ ਬਤੌਰ ਪ੍ਰੋਫੈਸਰ ਕਾਰਜਸ਼ੀਲ ਹਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਧਰਮ ਅਧਿਐਨ ਯੂਨੀਵਰਸਿਟੀ ਈਰਾਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ ਹਨ। ਗੌਤਮ ਤੇ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਕ ਰਵਿੰਦਰਨਾਥ ਟੈਗੋਰ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ। ਜੋ ਲੇਖਕ ਹਨ, ਇਹਨਾਂ ਦੀ ਧਰਮ ਬਾਰੇ ਵੀ ਜੋ ਜਾਣਕਾਰੀ ਹੈ ਉਹ ਬਹੁਤ ਗਹਿਰੀ ਹੈ। ਜਿਵੇਂ ਕਿ ਆਪਾਂ ਇਹਨਾਂ ਦੇ ਜੀਵਨ ਬਾਰੇ ਪੜ੍ਹ ਰਹੇ ਸੀ ਤਾਂ ਪਤਾ ਲੱਗਿਆ ਕਿ ਇਹ ਧਰਮ ਅਧਿਐਨ ਯੂਨੀਵਰਸਿਟੀ ਜਿਹੜੀ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਬਾਰੇ ਧਰਮ ਵਿਭਾਗ ਵਿੱਚ ਇਹ ਹੈੱਡ ਵੀ ਰਹੇ ਹਨ। ਤਾਂ ਬੇਟਾ ਜਿਹੜਾ ਇਹ ਪਾਠ ਹੈ ਨਾ ਬੇਬੇ ਜੀ, ਇਹ ਪਾਠ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਸਮਰਪਿਤ ਕੀਤਾ ਹੈ। ਹਰ ਲੇਖਕ ਦਾ ਲਿਖਣ ਦਾ ਆਪਣਾ ਸਟਾਈਲ ਹੁੰਦਾ ਹੈ। ਕੋਈ ਧਰਮ ਬਾਰੇ ਲਿਖਦਾ ਹੈ, ਕੋਈ ਦੇਸ਼ ਬਾਰੇ ਲਿਖਦਾ ਹੈ, ਕੋਈ ਭਾਸ਼ਾ ਬਾਰੇ ਲਿਖਦਾ ਹੈ, ਕੋਈ ਕਦਰਾਂ ਕੀਮਤਾਂ ਬਾਰੇ ਲਿਖਦਾ ਹੈ। ਤਾਂ ਇਸ ਪਾਠ ਵਿੱਚ ਲੇਖਕ ਨੇ ਆਪਣੇ ਮਾਤਾ ਜੀ ਨਾਲ ਜੁੜੀਆਂ ਯਾਦਾਂ ਨੂੰ ਰਿਕਾਲ ਕੀਤਾ ਹੈ ਕਿ ਉਹਨਾਂ ਦੇ ਮਾਤਾ ਜੀ ਕਿਸ ਤਰ੍ਹਾਂ ਦੇ ਸਨ, ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਮਾਤਾ ਜੀ ਦਾ ਕੀ ਪ੍ਰਭਾਵ ਰਿਹਾ। ਉਹ ਉਹਨਾਂ ਦੀਆਂ ਯਾਦਾਂ ਨੂੰ, ਉਹਨਾਂ ਨਾਲ ਬਿਤਾਏ ਹੋਏ ਪਲਾਂ ਨੂੰ ਯਾਦ ਕਰਦੇ ਹਨ ਇਸ ਪਾਠ ਵਿੱਚ। ਆਓ ਆਪਾਂ ਇਹ ਪਾਠ ਪੜ੍ਹੀਏ। 4-5 ਸਾਲ ਦੀ ਉਮਰ ਤੱਕ ਦਾ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜ ਹਰ ਚੱਕਰ ਮੈਂ ਉਸਦੇ ਕਮੀਜ਼ ਦੀ ਕੰਨੀ ਫੜੀ, ਕਮੀਜ਼ ਸ਼ਰਟ ਦੇ ਕੰਨੀ ਕਿਨਾਰਾ ਫੜ ਕੇ ਨਾਲ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਅਤੇ ਬੇਬੇ ਡਿੱਗਣੋਂ ਮਸਾਂ ਮੁਸ਼ਕਿਲ ਨਾਲ ਬਚਦੀ। ਜਦੋਂ ਬੇਬੇ ਘਰ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਜਦੋਂ ਬੇਬੇ ਘਰ ਵਿੱਚ ਹੁੰਦੀ ਸੀ ਤਾਂ ਦਿਨ ਰਾਤ ਐਂ ਲੱਗਦਾ ਸੀ ਜਿਵੇਂ ਕੋਈ ਤਿਉਹਾਰ ਹੋਵੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਪਸ਼ੂ ਨੂੰ ਚਰਾਉਂਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰੱਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ, ਸੱਟ ਫੇਟ, ਬਿਮਾਰੀ ਨੇੜੇ ਨਹੀਂ ਸੀ ਆਉਂਦੀ। ਬਚਪਨ ਵਿੱਚ ਲੇਖਕ ਕੀ ਕੁਝ ਕਰਦਾ ਸੀ। ਲੇਖਕ ਦੱਸਦਾ ਹੈ ਕਿ ਇੰਨੀਆਂ ਸਾਰੀਆਂ ਐਕਟੀਵਿਟੀਜ਼ ਹੋ ਜਾਂਦੀਆਂ ਸੀ ਕਿ ਬਿਮਾਰੀ ਨੇੜੇ ਨਹੀਂ ਆਉਂਦੀ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ ਸੀ। ਘਰ ਨਾ ਜਿਉਂਦਾ ਜਾਗਦਾ ਮਤਲਬ ਜੀਵਿਤ ਘਰ ਮਹਿਸੂਸ ਹੁੰਦਾ ਸੀ। ਕਿਹਦੇ ਕਰਕੇ? ਬੇਬੇ ਜੀ ਕਰਕੇ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪ ਚਾਪ ਗੁੰਮ ਸੁੰਮ
ਜਿਹੇ ਫਿਰਦੇ ਰਹਿੰਦੇ ਇੱਧਰ ਉੱਧਰ। ਆਪਸ ਵਿੱਚ ਗੱਲ ਕਰਨੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸਟ੍ਰਿਕਟ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਉਹਨਾਂ ਨੂੰ ਡਾਂਟਣਾ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਤਾਂ ਵੇਲੇ ਸਿਰ ਕਾਪੀਆਂ ਕਿਤਾਬਾਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਰੋਂਦੀ। ਜਦੋਂ ਅਸੀਂ ਸਕੂਲ ਚਲੇ ਜਾਂਦੇ ਸਾਡੇ ਸਾਹਮਣੇ ਨਹੀਂ ਸੀ ਰੋਂਦੀ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ, ਨਾਨਕੇ ਪਹੁੰਚ ਜਾਂਦੇ ਸਨ। ਮਾਮੇ ਚੰਗੇ ਵਾਹੀ ਕਰਨ ਵਾਲੇ ਜ਼ਿਮੀਂਦਾਰ ਸਨ ਅਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ, 50 ਕਿੱਲੇ ਜ਼ਮੀਨ ਸੀ। ਉੱਥੇ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ, ਦੁੱਧੋਂ ਹਟੀ ਜਿਹੜੀ ਦੁੱਧ ਨਹੀਂ ਦਿੰਦੀ, ਮੱਝ ਜਾਂ ਗਾਂ ਲੈ ਜਾਂਦੇ, ਮੱਝ ਭੈਂਸ, ਅਤੇ ਤਾਜ਼ੀ ਸੂਈ ਛੱਡ ਜਾਂਦੇ। ਘਿਓ ਦਿੰਦੇ, ਖੋਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੋਇਆ ਕਰਦਾ ਹੈ, ਸਵਰਗ ਹੋਰ ਕਿਹੋ ਜਿਹਾ ਹੁੰਦਾ ਹੈ ਜਿੱਥੇ ਸਾਰੀਆਂ ਸੁੱਖ ਸੁਵਿਧਾਵਾਂ ਹੋਣ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਰਕੇ ਮੈਨੂੰ ਨਾਨਕੇ ਭੇਜ ਦਿੱਤਾ। ਬੇਬੇ ਨੇ ਤੋਰਦਿਆਂ ਕਿਹਾ, ਅਕਲ ਨਾਲ, ਹਲੀਮੀ ਨਿਮਰਤਾ ਨਾਲ ਗੱਲ ਕਰੀ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ। ਮਾਮੇ ਨਾਲ ਅੱਡ ਮਤਲਬ ਅਲੱਗ। ਮਾਮੀ ਨਾਲ ਅਲੱਗ ਗੱਲ ਕਰੀ ਅਤੇ ਮਾਮੇ ਨਾਲ ਅਲੱਗ। ਜਾ ਗੁਰੂ ਰਾਖਾ, ਪਰਮਾਤਮਾ ਤੇਰੀ ਰੱਖਿਆ ਕਰੇ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਲੇਖਕ ਦੱਸ ਰਿਹਾ ਹੈ ਕਿ ਜਦੋਂ ਉਹ ਪਟਿਆਲੇ ਪੜ੍ਹਦਾ ਹੁੰਦਾ ਸੀ, ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ 15 ਦਿਨਾਂ ਬਾਅਦ, ਅਤੇ ਦੂਸਰੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ, ਉਹਦੀਆਂ ਅੱਖਾਂ ਵਿੱਚ ਆਂਸੂ ਆ ਜਾਂਦੇ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ? ਮੈਂ ਬੇਬੇ ਨੂੰ ਕਹਿੰਦਾ ਕਿ ਮੈਂ ਕੋਈ ਬਾਰਡਰ ਦੇ ਉੱਪਰ ਲੜਾਈ ਥੋੜ੍ਹੀ ਲੜਨ ਚੱਲਿਆ ਜੋ ਤੁਸੀਂ ਰੋਣ ਧੋਣ ਲੱਗ ਪਏ ਹੋ। ਬੇਬੇ ਅੱਖਾਂ ਪੂੰਝ ਕੇ ਆਖਦੀ, ਅੱਖਾਂ ਸਾਫ਼ ਕਰਕੇ ਆਖਦੀ, ਕਟਰੂ ਵੱਛਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ? ਅੱਖਾਂ ਤੋਂ ਦੂਰ ਹੋਣ ਤਾਂ ਗਾਵਾਂ ਮੱਝਾਂ ਰੰਬਣ ਰਿੰਗਣ ਲੱਗਦੀਆਂ ਹਨ। ਕਿ ਜੋ ਮੱਝਾਂ ਗਾਵਾਂ ਦੇ ਕੱਟੇ ਬੱਚੇ ਹੁੰਦੇ ਹਨ, ਜੇ ਥੋੜ੍ਹੀ ਦੇਰ ਉਹਨਾਂ ਨੂੰ ਨਾ ਦਿਸਣ ਤਾਂ ਉਹ ਉੱਚੀ ਉੱਚੀ ਆਵਾਜ਼ ਕੱਢਣ ਲੱਗ ਜਾਂਦੀਆਂ ਹਨ। ਪਸ਼ੂ ਪੰਛੀਆਂ 'ਚ ਵੀ ਇਹ ਭਾਵ ਹੈ ਕਿ ਮਾਂ ਦੀਆਂ ਅੱਖਾਂ ਤੋਂ ਉਹਲੇ ਬੱਚੇ ਇੱਧਰ ਉੱਧਰ ਹੋ ਜਾਂਦੇ ਹਨ ਤਾਂ ਉਸ ਤੋਂ ਸਹਿਣ ਨਹੀਂ ਹੁੰਦਾ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੋਂ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ, ਜਦੋਂ ਤੱਕ ਬੱਚੇ ਦਿਸਦੇ ਹਨ ਤਾਂ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਸ਼ੁਰੂ ਹੁੰਦੀ ਹੈ। ਅੱਖੋਂ ਪਰੋਖੇ, ਅੱਖਾਂ ਤੋਂ ਦੂਰ, ਅੱਖੋਂ ਓਲੇ ਜਿੱਥੋਂ ਦਿਖਾਈ ਨਾ ਦੇਣ ਅੱਖਾਂ ਨੂੰ, ਤਾਂ ਸਮਝੋ ਕਿ ਦੁਸ਼ਮਣ ਦਾ ਇਲਾਕਾ ਸ਼ੁਰੂ ਹੋ ਗਿਆ। ਕੀ ਪਤਾ ਕਦ ਕੀ ਵਾਪਰ ਜਾਏ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਕਦੇ ਵੀ ਨਾ ਸਮਝ ਸਕੀ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਲੇਖਕ ਦੀ ਮਾਂ ਇੱਥੋਂ ਤੱਕ ਕਹਿੰਦੀ ਹੈ ਕਿ ਤੂੰ ਮਾਂ ਦੀ ਜਿਹੜੀ ਫੀਲਿੰਗਸ ਹੁੰਦੀ ਹੈ ਨਾ, ਉਹ ਤੂੰ ਨਹੀਂ ਜਾਣ ਸਕਦਾ, ਕਿਉਂਕਿ ਤੂੰ ਤਾਂ ਇੱਕ ਪੁਰਖ ਹੈ, ਬਾਪ ਹੈ। ਮਾਂ ਦੇ ਮਨ ਵਿੱਚ ਬੱਚੇ ਪ੍ਰਤੀ ਕੀ ਪਿਆਰ ਹੈ ਇਹ ਮਾਂ ਹੀ ਜਾਣ ਸਕਦੀ ਹੈ, ਅਤੇ ਤੂੰ ਇਸ ਭਾਵਨਾ ਨੂੰ ਕਦੇ ਸਮਝ ਵੀ ਨਹੀਂ ਸਕਦਾ। ਫਿਰ ਉਹ ਅਸੀਸਾਂ ਦੇ ਕੇ ਤੋਰਦੀ, ਆਸ਼ੀਰਵਾਦ ਦੇ ਕੇ ਭੇਜ ਦਿੰਦੀ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਰੂਪ ਧੁੱਪ ਵਰਗਾ ਸੀ। ਕਿ ਮਾਮੀ ਜਿਹੜੀ ਛੋਟੀ ਹੈ ਨਾ ਗੁਰਦਿਆਲ ਕੌਰ, ਬਹੁਤ ਸੋਹਣੀ ਸੀ, ਲਾਲੀਆਂ ਝੜਦੀਆਂ ਸਨ ਮੂੰਹ 'ਤੇ। ਹੀਰ ਸੀ ਬਸ। ਹੀਰ ਰਾਂਝੇ ਦੇ ਕਿੱਸੇ ਵਿੱਚ ਕਹਿੰਦੇ ਹਨ ਕਿ ਹੀਰ ਅੰਤਾਂ ਦੀ ਸੋਹਣੀ ਸੀ, ਬਹੁਤ ਜ਼ਿਆਦਾ ਸੋਹਣੀ ਸੀ, ਅਤੇ ਤੇਰੀ ਮਾਮੀ ਹੀਰ ਵਰਗੀ ਸੀ। ਮਿਹਨਤ ਨਾਲ ਘੜੀ ਰੱਬ ਨੇ ਤੇਰੀ ਮਾਮੀ ਨੂੰ ਬਹੁਤ ਮਿਹਨਤ ਨਾਲ ਬਣਾਇਆ ਰੱਬ ਨੇ, ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਇੱਥੇ ਲੇਖਕ ਦੀ ਜਿਹੜੀ ਮਾਂ ਹੈ
ਉਹ ਅਤਿਸ਼ਯੋਕਤੀ ਅਲੰਕਾਰ ਦਾ ਪ੍ਰਯੋਗ ਕਰ ਰਹੀ ਹੈ ਕਿ ਜਿਵੇਂ ਕੰਧ ਤੋਂ ਕੋਈ ਤਸਵੀਰ ਫੋਟੋ ਲੱਗੀ ਹੋਵੇ ਅਤੇ ਉਹ ਚੱਲਣ ਲੱਗ ਪਵੇ, ਇਸ ਤਰ੍ਹਾਂ ਦੇ ਸ਼ਬਦ ਯੂਜ਼ ਕੀਤੇ ਹਨ। ਭਾਬੀ ਕਾਹਨੂੰ, ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨੰਦ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਦ ਆ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਹਾਂ, ਬਾਂਦੀ ਦਾਸੀ ਹਾਂ, ਤੁਹਾਡੀ ਸਾਰਿਆਂ ਦੀ ਬਾਂਦੀ ਰਹੂੰਗੀ ਉਮਰ ਭਰ। ਮਤਲਬ ਉਹਦੇ 'ਚ ਨਰਮਾਈ ਵੀ ਬਹੁਤ ਜ਼ਿਆਦਾ ਸੀ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਲੇਖਕ ਦੱਸ ਰਿਹਾ ਹੈ ਇਸ ਪਿਆਰੇ 'ਚ ਕਿ ਕਿਵੇਂ ਘਰ ਆਉਂਦੇ ਸਨ ਤਾਂ ਘਰ ਦੀਆਂ ਸਫਾਈਆਂ ਕੀਤੀਆਂ ਜਾਂਦੀਆਂ ਸਨ, ਘਰ ਨੂੰ ਲਿਪਿਆ ਪੋਚਿਆ ਜਾਂਦਾ ਸੀ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ। ਪਾਂਡੂ ਮਿੱਟੀ ਦੀ ਇੱਕ ਕਿਸਮ ਹੈ। ਪੋਚਾ ਫੇਰਿਆ ਜਾਂਦਾ, ਪਰੋਲਾ ਪੋਚਾ, ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਗਾਰਾ ਬਣਦਾ ਹੈ ਤੂੜੀ, ਮਿੱਟੀ ਅਤੇ ਪਾਣੀ ਪਾ ਕੇ, ਅਤੇ ਉਹਨੂੰ ਜਦੋਂ ਮਿਲਾ ਲਿੱਤਾ ਜਾਂਦਾ ਕਹੀ ਨਾਲ ਤਾਂ ਉਹਨੂੰ ਕਹਿੰਦੇ ਆ ਗਾਰਾ। ਫਿਰ ਉਹਦੇ ਨਾਲ ਫਰਸ਼ ਨੂੰ ਲਿਪਿਆ ਜਾਂਦਾ ਸੀ। ਕੋਈ ਚੀਜ਼ਾਂ ਵਸਤਾਂ ਪਰੇ ਕਰ ਰਿਹਾ ਹੁੰਦਾ ਅਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ, ਖੁਰਲੀਆਂ ਜਿਹਦੇ 'ਚ ਪਸ਼ੂਆਂ ਨੂੰ ਚਾਰਾ ਪਾਇਆ ਜਾਂਦਾ, ਸਭ ਕੁਝ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ, ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲੈ ਆਉਂਦੇ। ਜਦੋਂ ਘਰ ਲਿਪਿਆ ਪੋਚਿਆ ਜਾਂਦਾ ਤਾਂ ਦੀਵਾਰਾਂ 'ਤੇ ਟੰਗਣ ਲਈ ਫੋਟੋਆਂ ਲਿਆਂਦੀਆਂ ਜਾਂਦੀਆਂ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਵਰਸ਼ਾ ਹੁੰਦੀ। ਜਦੋਂ ਕਣਕਾਂ ਪੱਕ ਰਹੀਆਂ ਹੁੰਦੀਆਂ ਅਪ੍ਰੈਲ ਮਈ 'ਚ, ਤਾਂ ਉਦੋਂ ਜਦੋਂ ਫਸਲ ਪੱਕੀ ਹੁੰਦੀ ਹੈ ਉਦੋਂ ਇੱਕ ਵਾਰ ਮੀਂਹ ਜ਼ਰੂਰ ਆਉਂਦਾ ਹੈ। ਲੇਖਕ ਉਸ ਸਮੇਂ ਦਾ ਵਰਣਨ ਕਰਦਾ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ? ਬੇਬੇ ਜੀ ਆਖਦੀ, ਵਿਸਾਖ ਦਾ ਮਹੀਨਾ। ਦੱਸਿਆ ਕਰਦਾ ਕਿ ਮੇਰੇ ਵਿੱਚ ਸਾਉਣ ਵਿੱਚ ਕੋਈ ਫਰਕ ਨਹੀਂ, ਸਾਵਨ ਦੇ ਮਹੀਨੇ ਅਤੇ ਵਿਸਾਖ ਦੇ ਮਹੀਨੇ 'ਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ, ਮੇਰੇ ਪਿਛਲਗ ਜੇਠ ਅਤੇ ਹਾੜ ਖੇ ਉਡਾਊ ਹਨ, ਮਿੱਟੀ ਉਡਾਉਣ ਵਾਲੇ ਹਨ। ਸਾਉਣ ਦੇ ਪਿੱਛੇ ਤੁਰੇ ਆਉਂਦੇ, ਉਸਦੇ ਦੋਸਤ ਭਾਦੋ ਅਤੇ ਅੱਸੂ ਉਸੇ ਵਰਗੇ ਹਨ। ਅਤੇ ਜਿਹੜੇ ਸਾਉਣ ਦੇ ਮਹੀਨੇ ਤੋਂ ਬਾਅਦ ਭਾਦੋ ਅਤੇ ਅੱਸੂ ਦਾ ਮਹੀਨਾ ਹੁੰਦਾ, ਉਹ ਉਸੇ ਵਰਗੇ ਠੰਡੇ ਠਾਰ ਹੁੰਦੇ ਹਨ। ਖੋਰੂ ਪਾਊ ਤਾਂ ਸਾਉਣ ਦੀ ਕਦਰ ਬਣੀ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ। ਉਪਮਾ ਅਲੰਕਾਰ ਦੀ ਵਰਤੋਂ ਕਰਦੇ ਸਨ। ਸਹਿਜ ਸੁਭਾਅ, ਆਮ ਸਧਾਰਨ ਹੀ ਉਹ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਸਨ। ਇੱਕ ਵਾਰ ਮੈਂ ਅਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਤੇ ਜਾ ਰਹੇ ਸਾਂ। ਦੋਹਾਂ ਨੂੰ ਅੱਡ ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ, ਭੀੜੀ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ, ਤਾਕੀ ਵਾਲੇ ਪਾਸੇ, ਬਾਰੀ ਵਾਲੇ ਪਾਸੇ, ਖਿੜਕੀ ਵਾਲੇ ਪਾਸੇ, ਉਸਦਾ ਮੂੰਹ ਦੇਖ ਭੁਜੀਆ ਖਾਣ ਵਾਲੇ ਵੇਲੇ ਮੂੰਹ ਖੋਲ੍ਹਦਾ ਤਾਂ ਲੱਗਦਾ ਜਿਵੇਂ ਟੈਚੀ ਕੇਸ ਖੁੱਲ੍ਹ ਗਿਆ ਹੋਵੇ। ਟੈਚੀ ਕੇਸ, ਬਰੀਫ ਕੇਸ। ਤਾਂ ਭੁਜੀਆ ਖਾਈ ਜਾਂਦਾ, ਨਾਲੇ ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸਦੇ ਮੂੰਹ ਵਿੱਚੋਂ ਇਉਂ ਕਿਰਦਾ ਹੈ, ਕਿਰਦਾ ਮਤਲਬ ਡਿੱਗਦਾ ਹੈ, ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਜਿਵੇਂ ਚਾਵਲ ਜਿੱਥੇ ਨਿਕਲਦੇ ਹਨ ਨਾ ਸ਼ੈਲਰ ਦੀ ਪਾਈਪ ਵਿੱਚੋਂ ਮਿੱਟੀ ਜਾਂ ਧੂੜ ਬਾਹਰ ਆਉਂਦੀ ਹੈ, ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਏਗਾ। ਮੈਨੂੰ ਐਂ ਲੱਗਦਾ ਹੈ ਅੰਬ ਵੀ ਬੇਰਾਂ ਵਾਂਗ ਖਾਂਦਾ ਹੋਏਗਾ, ਸਾਬਤ ਗੁਠਲੀ ਸਣੇ। ਮੇਰਾ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਟਕਸਾਲ ਹੁੰਦਾ ਜਿੱਥੇ ਸਿੱਕੇ ਘੜੇ ਜਾਂਦੇ ਹੋਣ, ਅਤੇ ਇੱਥੇ ਭਾਸ਼ਾ ਦੀ ਟਕਸਾਲ ਹੋ ਗਈ ਜਿੱਥੇ ਉੱਤਮ ਸਿੱਖਿਆ ਦੇਣ ਵਾਲੀ ਜਿਹੜੀ ਪਾਠਸ਼ਾਲਾ ਹੁੰਦੀ ਹੈ, ਸਕੂਲ ਹੁੰਦਾ ਹੈ। ਕੋਈ ਵੱਡਾ ਜੋਖਮ ਭਰਿਆ ਕੰਮ ਛਿੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ, ਜੋਖਮ ਭਰਿਆ ਔਖਾ ਕੰਮ,
ਜਦੋਂ ਔਖਾ ਕੰਮ ਕਰਨ ਵੇਲੇ ਅਸੀਂ ਬੇਬੇ ਨਾਲ ਕੋਈ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਤਾ। ਕਿ ਮੱਖੀਆਂ ਡੰਗ ਮਾਰਨਗੀਆਂ, ਇਹ ਸੋਚ ਕੇ ਆਦਮੀ ਮਖਿਆਲ ਸ਼ਹਿਦ ਖਾਣਾ ਨਹੀਂ ਛੱਡ ਦਿੰਦਾ। ਉਹ ਮੱਖੀਆਂ ਦੇ ਛੱਤੇ 'ਚੋਂ ਫਿਰ ਵੀ ਸ਼ਹਿਦ ਕੱਢਦਾ ਹੈ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ? ਜਦੋਂ ਅਸੀਂ ਗਾਂ ਜਾਂ ਮੱਝ ਦਾ ਦੁੱਧ ਕੱਢਦੇ ਹਾਂ ਤਾਂ ਉਹ ਪੈਰ ਮਾਰਦੀ ਹੈ, ਤਾਂ ਕੀ ਫਿਰ ਅਸੀਂ ਦੁੱਧ ਨਹੀਂ ਚਾਹੁੰਦੇ? ਕਦੀ ਕਿਹਾ ਕਿਸੇ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ? ਕਦੇ ਕਿਸੇ ਨੇ ਇਹ ਸੋਚਿਆ ਕਿ ਜਦੋਂ ਅਸੀਂ ਕਣਕ ਕੱਢਦੇ ਹਾਂ ਤਾਂ ਉਹਦੀਆਂ ਵੱਲੀਆਂ ਕਿੰਨੀਆਂ ਸਾਰੀਆਂ ਹੁੰਦੀਆਂ, ਉਹਦੇ ਵਿੱਚੋਂ ਥੋੜ੍ਹੇ ਥੋੜ੍ਹੇ ਦਾਣੇ ਨਿਕਲਦੇ ਹਨ। ਭਾਵ ਕੋਈ ਔਖਾ ਕੰਮ ਹੁੰਦਾ ਹੈ, ਕੰਮ ਔਖਾ ਵੀ ਕਰਨਾ ਪੈਂਦਾ ਅਤੇ ਸੌਖਾ ਵੀ ਕਰਨਾ ਪੈਂਦਾ। ਔਖਾ ਕੰਮ ਆਪਾਂ ਐਂ ਸੋਚ ਕੇ ਤਾਂ ਨਹੀਂ ਛੱਡ ਦਿੰਦੇ ਕਿ ਇਹਨੂੰ ਕੌਣ ਕਰੇ, ਕਰਨਾ ਪੈਂਦਾ ਹੈ ਕੰਮ। ਖੇਤ ਇਸੇ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ 'ਤੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ। ਭਾਵ ਅਸੀਂ ਬਹੁਤ ਔਖੇ ਕੰਮ ਕੀਤੇ ਹਨ। ਜਿਹੜੀ ਜਗ੍ਹਾ ਸੀ ਆਪਣੇ ਖੇਤਾਂ ਵਾਲੀ, ਉਹ ਬਹੁਤ ਸਖਤ ਸੀ। ਉਹਨੂੰ ਵਾਹਿਆ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਜਾਂਦੇ ਹੋ, ਮਾੜੇ ਕੁ ਥੋੜ੍ਹੇ ਜਿਹੇ ਖਤਰੇ ਤੋਂ ਘਬਰਾ ਜਾਂਦੇ ਹੋ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗੀ ਫਿਰ ਕੀ ਹੋਇਆ ਜੇ ਪਾਣੀ ਨਹੀਂ, ਖੂਹ ਪੁੱਟੋ ਅਤੇ ਪਾਣੀ ਪੀਓ, ਖੂਹਾਂ ਖੋਦੋ ਅਤੇ ਪਾਣੀ ਪੀ ਲਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਇਸ ਦੁਨੀਆ ਵਿੱਚ ਕੁਛ ਵੀ ਅਸੰਭਵ ਨਹੀਂ, ਉਸ ਪਰਮਾਤਮਾ ਦਾ ਸਾਥ ਚਾਹੀਦਾ ਹੈ, ਆਪਾਂ ਅਸੰਭਵ ਕੰਮ ਵੀ ਕਰ ਸਕਦੇ ਹਾਂ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਕੋਈ ਕੰਮ ਔਖਾ ਨਹੀਂ, ਪਰਮਾਤਮਾ 'ਤੇ ਭਰੋਸਾ ਰੱਖੋ, ਅੰਗ ਸੰਗ ਆਸ ਪਾਸ ਹੈ ਪਰਮਾਤਮਾ ਤੁਹਾਡੀ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਤਾਂ ਉਹ ਲਾਂਭਾ ਦੇਣ ਉਸਦੇ ਘਰ ਜਾਂਦੀ। ਤਾਂ ਜੇ ਬੇਬੇ ਨੂੰ ਪਤਾ ਲੱਗ ਜਾਂਦਾ ਪੜੋਸ 'ਚ ਕਿਸੇ ਨੇ ਆਪਣੀ ਘਰ ਵਾਲੀ ਨੂੰ ਕੁੱਟਿਆ ਤਾਂ ਉਹਨੂੰ ਜਾ ਕੇ ਕਹਿੰਦੀ, ਵੇ ਧਰਤੀ ਨੂੰ ਕੁੱਟ ਲਿਆ ਜਿਹਾ ਜਨਾਨੀ ਨੇ ਕੁੱਟ ਲਿਆ। ਇਸ ਵਿੱਚ ਕਾਹਦੀ ਸੁਰਮਗਤੀ? ਕੋਈ ਹੈ ਸ਼ਰਮ ਹਿਆ ਤੈਨੂੰ? ਡੋਬ ਦੇਗਾ ਇਸ ਗਊ ਦਾ ਹੋਕਾ ਤੈਨੂੰ। ਰੋਟੀ ਪੱਕਦੀ ਲੱਗਣ ਲੱਗੀ ਏ ਤੈਨੂੰ ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਤਾਂ ਉਹ ਜਿਹੜਾ ਜਨਾਨੀ ਨੂੰ ਕੁੱਟਦਾ ਸੀ ਉਸਨੂੰ ਇੰਨੀਆਂ ਗੱਲਾਂ ਸੁਣਾਉਂਦੀ ਕਿ ਤੂੰ ਤਾਂ ਐਂ ਲੱਗਦਾ ਜਿਵੇਂ ਧਰਤੀ ਨੂੰ ਮਾਰਿਆ ਹੋਵੇ। ਇਹਦੇ 'ਚ ਕੋਈ ਤੇਰੀ ਬਹਾਦਰੀ ਨਹੀਂ ਹੈ, ਸੂਰਮਗਤੀ ਨਹੀਂ, ਬਹਾਦਰੀ ਨਹੀਂ ਹੈ, ਕੋਈ ਸ਼ਰਮ ਨਹੀਂ ਤੈਨੂੰ। ਜਿਹੜੀ ਇਹਦੀ ਨਿਕਲੇਗੀ ਨਾ ਉਹ ਤੈਨੂੰ ਬਰਬਾਦ ਕਰ ਦੇਗੀ। ਤੈਨੂੰ ਐਂ ਲੱਗਦਾ ਜਿਵੇਂ ਰੋਟੀ ਪੱਕਦੀ ਚੰਗੀ ਨਹੀਂ ਲੱਗਦੀ। ਜਦੋਂ ਇਸ ਜਿਹੀਆਂ ਗੱਲਾਂ ਕਹਿੰਦੀ ਤਾਂ ਸਾਰੇ ਚੁੱਪ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੇ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ, ਕਰਤਾਰਪੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਆਟਾ, ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਿਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਭਾਵ ਉਹਨਾਂ ਦਾ ਅੰਦਾਜ਼ਾ ਲਗਾਉਣ ਦਾ ਸਟਾਈਲ ਵੀ ਆਪਣਾ ਸੀ। ਵੱਡਾ ਟੱਬਰ ਉਹਨਾਂ ਨੇ ਕਿਵੇਂ ਅੰਦਾਜ਼ਾ ਲਗਾਇਆ ਕਿ ਪਰਾਤ ਦੇ ਵਿੱਚ, ਜਿਹਦੇ 'ਚ ਆਪਾਂ ਆਟਾ ਗੁੰਨਦੇ ਹਾਂ ਬਰਤਨ, ਉਹਦੇ ਵਿੱਚ ਬਹੁਤ ਸਾਰਾ ਆਟਾ ਸੀ। ਐਂ ਲੱਗਦਾ ਜਿਵੇਂ ਕਿਸੇ ਭੇਡ ਨੂੰ ਮਾਰ ਕੇ ਸੱਟਿਆ ਹੋਵੇ। ਭਾਵ ਬਹੁਤ ਸਾਰਾ ਆਟਾ ਗੁੰਨਿਆ ਹੋਇਆ ਸੀ। ਤਾਂ ਉਸ ਤੋਂ ਅੰਦਾਜ਼ਾ ਲਗਾ ਲਿਆ ਕਿ ਇਹਨਾਂ ਦਾ ਪਰਿਵਾਰ ਬਹੁਤ ਵੱਡਾ ਹੈ। ਸੁਨੇਹਾ ਮਿਲਿਆ, ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਅਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ, ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਤਾਂ ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਿਆ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਪੁਰਾਣਾ ਥੇਹ ਹਾਂ। ਅਤੇ ਲੇਖਕ ਦੀ ਮਾਤਾ ਜੀ ਉਹਨੂੰ ਕਹਿੰਦੇ ਹਨ ਕਿ ਬਹੁਤ ਦਿਨ ਹੋ ਗਏ ਤੂੰ ਨਹੀਂ ਆਇਆ। ਤਾਂ ਲੇਖਕ ਅੱਗੋਂ ਆਰਗੂਮੈਂਟ ਕਰਦਾ ਕਿ ਤੁਹਾਡੇ ਕੋਲ ਤਾਂ ਬਹੁਤ ਰੌਣਕਾਂ ਹੈ। ਤਾਂ ਮਾਂ ਕਹਿੰਦੀ ਹੈ ਕਿ ਮੈਂ ਤਾਂ ਇੱਕ ਤਾਲਾ ਹਾਂ ਜਿਹੜਾ ਬਹੁਤ ਵੱਡੇ ਕਿਲੇ ਨੂੰ ਲੱਗਿਆ ਹੋਇਆ ਹੈ।
ਤੇ ਮੇਰੇ ਬੱਚੇ ਜਿਹੜੇ ਹਨ ਉਹ ਜਿੰਦਰੇ ਦੀਆਂ ਕੁੰਜੀਆਂ ਚਾਬੀਆਂ ਹਨ। ਤੇ ਇਹ ਤਾਲਾ ਉਦੋਂ ਖੁੱਲ੍ਹਦਾ ਜਦੋਂ ਹੁੰਦੀਆਂ ਬੱਚੇ ਇਹਦੇ ਕੋਲ ਹੋਣ, ਚਾਬੀਆਂ ਇਹਦੇ ਕੋਲ ਹੋਣ। ਮਾਂ ਕਹਿੰਦੀ ਕਿ ਮੈਂ ਤਾਂ ਹੁਣ ਮਿੱਟੀ ਦਾ ਇੱਕ ਢੇਰ ਹੋ ਗਈ ਹਾਂ, ਇਸ ਨੂੰ ਫਰੋਲੇਂਗਾ ਤਾਂ ਕੋਈ ਕੁਝ ਨਹੀਂ ਮਿਲੇਗਾ, ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ। ਆਖਰ ਇੱਥੇ ਇੱਕ ਦੇਸ ਵਸਦਾ ਸੀ ਕਦੇ, ਜੋ ਹੁਣ ਥੇ ਹੋ ਗਿਆ। ਮਾਤਾ ਜੀ ਆਪਣੇ ਆਪ ਵਿੱਚ ਇੱਕ ਪੂਰਾ ਦੇਸ਼ ਦੀ ਤਰ੍ਹਾਂ ਸਨ, ਜੋ ਹੁਣ ਇੱਕ ਮਿੱਟੀ ਦੇ ਢੇਰ ਵਾਂਗ ਹੋ ਗਏ ਹਨ। ਕਦੀ ਕਦਾਈ ਆ ਕੇ ਇਸ ਨੂੰ ਫਰਾਲ ਜਾਇਆ ਕਰ, ਤੂੰ ਕਦੇ ਆ ਜਾਇਆ ਕਰ ਔਰ ਮੈਨੂੰ ਮਿਲ ਜਾਇਆ ਕਰ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ। ਮੋਰਾਂ ਨੂੰ ਮਾਰ ਕੇ ਖਾ ਜਾਂਦੇ ਹਨ। ਮੁਰਗਾਬੀਆਂ ਤਾਂ ਕੀ ਕੁੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਕੋ ਕਹਿ ਦੇ ਤਾਂ ਦੜੇ ਗੋਲੀ ਮਾਰ ਦੇਣ। ਗਿਰਜਾਂ ਤਾਂ ਰਹੀਆਂ ਨਹੀਂ ਹੁਣ, ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਨ ਨੂੰ। ਜਿਹੜੇ ਮਾਸ ਖਾਂਦੇ ਆ ਨਾ, ਉਹਨਾਂ ਲਈ ਇਹ ਸ਼ਬਦ ਵਰਤੇ ਹਨ ਬੇਬੇ ਨੇ ਕਿ ਪਿੰਡ ਦੇ ਲੋਕ ਪਾਪੀ ਹੋ ਗਏ ਹਨ, ਕੋਈ ਜਾਨਵਰ ਨਹੀਂ ਛੱਡਦੇ, ਸਾਰਿਆਂ ਨੂੰ ਮਾਰ ਕੇ ਖਾਂਦੇ ਹਨ। ਜੇ ਇਹਨਾਂ ਨੂੰ ਮਾਸ ਖਾਣ ਦਾ ਇੰਨਾ ਸ਼ੌਂਕ ਹੈ ਤਾਂ ਹੱਡਾ ਰੋੜੀ ਜਿੱਥੇ ਪਸ਼ੂ ਮਰੇ ਪਏ ਹੁੰਦੇ ਆ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਖਾਂਦੇ। ਮੁਰਦਾਰ ਖਾਨ, ਮਰੇ ਹੋਏ ਪਸ਼ੂ ਖਾਨ। ਬੇਬੇ ਨੂੰ ਹੁਣ ਘੱਟ ਸੁਣਦਾ, ਘੱਟ ਦਿਸਦਾ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ, ਕਦੀ ਉਦਾਸ। ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋੜ ਤੋਂ। ਬੇਬੇ ਨੂੰ ਖੁਸ਼ੀ ਵਾਲੀ ਗੱਲ ਦੱਸ ਦਿੰਦੇ, ਦੁੱਖ ਵਾਲੀ ਨਾ। ਪਰ ਬੇਬੇ ਦਾ ਅੰਦਾਜ਼ਾ ਇੰਨਾ ਪੱਕਾ ਸੀ ਕਿ ਉਹ ਕਹਿੰਦੀ, ਤੁਹਾਡੀ ਚਾਲ ਦੇਖ ਕੇ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਦੁੱਖ ਵਾਲੀ ਗੱਲ ਹੈ। ਗੱਲਾਂ ਕਰਦਿਆਂ ਦੇ ਤੁਹਾਡੇ ਚਿਹਰੇ ਦੇਖਦੀ ਹਾਂ, ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ ਹੋ। ਮਤਲਬ ਮਾਂ ਦਾ ਜਿਹੜਾ ਹੈ ਦਿਲ ਕਿੰਨਾ ਵੱਡਾ ਹੁੰਦਾ ਹੈ, ਉਹਦੀ ਆਤਮਾ ਨੂੰ ਆਪਣੇ ਬੱਚਿਆਂ ਦੇ ਸੁੱਖ ਦੁੱਖ ਦੀ ਪਹਿਚਾਣ ਉਹਨਾਂ ਦੇ ਚਿਹਰੇ ਦੇਖ ਕੇ ਲੱਗ ਜਾਂਦੀ ਹੈ ਕਿ ਬੱਚੇ ਨੂੰ ਕੋਈ ਦੁੱਖ ਹੈ ਜਾਂ ਉਹ ਸੁਖੀ ਹੈ। ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਹੈ। 16 ਸਾਲਾਂ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ। ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ। ਉਹ ਆਪਣਾ ਪਿੰਡ ਉਸ ਜਗ੍ਹਾ ਨੂੰ ਮੰਨਦੀ ਸੀ, ਆਪਣੇ ਪੇਕੇ ਪਿੰਡ ਨੂੰ। ਗੱਲਾਂ ਕਰਦਿਆਂ ਹਮੇਸ਼ਾ ਹੀ ਆਖਦੀ, ਤੇਰੇ ਪਿੰਡ ਮੈਂ ਇਉਂ ਕੀਤਾ। ਗੱਲਾਂ ਵਿੱਚ ਉਹ ਇਸ ਪਿੰਡ ਨੂੰ ਆਪਣਾ ਪਿੰਡ ਨਹੀਂ ਕਹਿੰਦੀ ਸੀ। ਆਪਣਾ ਪਿੰਡ ਕਿਹਨੂੰ ਕਹਿੰਦੀ ਸੀ? ਆਪਣੇ ਪੇਕੇ ਪਿੰਡ ਨੂੰ, ਜਿੱਥੇ ਉਹਦਾ ਜਨਮ ਹੋਇਆ ਸੀ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਅਤੇ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦ ਮੈਂ ਨਾ ਰਹੀ, ਇੱਕ ਰਾਜਧਾਨੀ ਟੁੱਟ ਜਾਏਗੀ। ਰਾਜਧਾਨੀ ਕੀ ਹੁੰਦਾ ਹੈ? ਰਾਜਧਾਨੀ ਉਹ ਜਗ੍ਹਾ ਹੁੰਦੀ ਹੈ ਜਿੱਥੇ ਮਤਲਬ ਸੈਂਟਰ ਪੁਆਇੰਟ ਕਹਿ ਸਕਦੇ ਹਾਂ ਆਪਾਂ, ਕਿ ਮਾਂ ਜੋ ਇੱਕ ਰਾਜਧਾਨੀ ਦੀ ਤਰ੍ਹਾਂ ਜਿੱਥੇ ਸਾਰੇ ਬੱਚੇ ਆਉਂਦੇ ਹਨ, ਮਿਲਦੇ ਹਨ, ਤਾਂ ਇਹ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਵੀ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਵੀ ਅੱਗੇ ਲੰਘਣਗੇ, ਖੁਸ਼ਹਾਲ ਹੋਵੇਂਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਜਦੋਂ ਇੱਧਰ ਆਇਆ ਕਰੋਗੇ ਤਾਂ ਆਪਣੇ ਮਨ ਵਿੱਚ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜਿਹੀ ਸੀ, ਬੋਲੀ ਜਿਹੀ, ਭੋਲੀ ਜਿਹੀ, ਝੱਲੀ ਜਿਹੀ, ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ, ਬੰਦਗੀ ਸੇਵਾ ਕਰਨ ਵਾਲਿਆਂ ਵਾਂਗ, ਬਿਰਧ ਮਾਪਿਆਂ ਦੀ, ਬਿਰਧ ਬਜ਼ੁਰਗ ਮਾਂ ਬਾਪ ਦੀ ਸੇਵਾ ਕਰਦਾ ਰਿਹਾ। ਹਰ ਖੁਸ਼ੀ, ਗਮੀ, ਤਿੱਥ, ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਵਿੱਚ ਜਾ ਪੁੱਜਦੇ ਤਾਂ ਰੌਣਕਾਂ, ਖੁਸ਼ੀਆਂ, ਮਿਲਾਪਾਂ ਦਾ ਮੇਲਾ ਲੱਗ ਜਾਂਦਾ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੋ ਕੇ ਘਰੋਂ ਘਰੀ ਜਾਣ ਲੱਗਦੇ ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ? ਜਦੋਂ ਬੇਬੇ ਬਾਪੂ ਜੀ ਨਾ ਰਹੇ ਤਾਂ ਤੁਸੀਂ ਫਿਰ ਵੀ ਆਇਆ ਕਰੋਗੇ ਨਾ, ਜਿਵੇਂ ਹੁਣ ਆਉਂਦੇ ਹੋ?
ਉਹ ਇਹ ਸਵਾਲ ਪੁੱਛਦਾ ਸਾਨੂੰ। ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਦੇ ਬੱਛਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਬੱਚਿਆਂ ਦੀਆਂ ਬੂਥੀਆਂ ਮੂੰਹ ਪਲੂਸ ਰਹੀ ਹੁੰਦੀ, ਪਿਆਰ ਕਰ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ, ਖਾਦੀ ਦੇ ਕੱਪੜੇ ਪਾਏ, ਮਿੱਟੀ ਘੱਟੇ ਵਿੱਚ ਲੱਥ-ਪੱਥ ਰੁਲੀ ਹੋਈ, ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੇ ਪਾਥੀਆਂ ਥੱਪਦੀ। ਲੇਖਕ ਕਹਿ ਰਿਹਾ ਕਿ ਮਾਂ ਮੈਨੂੰ ਹਰ ਸਮੇਂ ਦਿਖਾਈ ਦਿੰਦੀ ਹੈ। ਮੈਂ ਹਜੇ ਤੱਕ ਵੀ ਮਾਂ ਨੂੰ ਨਹੀਂ, ਬੇਬੇ ਨੂੰ ਨਹੀਂ ਭੁੱਲ ਸਕਿਆ। ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਮੈਨੂੰ ਦਿਖਦੀ ਰਹਿੰਦੀ ਹੈ। ਕਦੇ ਕੋਈ ਕੰਮ ਕਰਦੀ ਨਜ਼ਰ ਆਉਂਦੀ ਹੈ, ਕਦੇ ਕੋਈ ਕੰਮ ਨਜ਼ਰ ਕਰਦੀ ਆਉਂਦੀ ਹੈ। ਧੰਨਵਾਦ ਬੇਟਾ।